ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਦੀ ਗੱਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਉਧਾਰ ਕਰਦੇ ਕਰਦੇ ਡਾਕੇ ਸ਼ਹਿਰ ਵਿੱਚ ਪਹੁੰਚ ਗਏ। ਉੱਥੇ ਇੱਕ ਬਹੁਤ ਵੱਡਾ ਜ਼ਿਮੀਂਦਾਰ ਰਹਿੰਦਾ ਸੀ, ਜਿਸ ਨੂੰ ਲੋਕ ਪਿਆਰ ਵੱਲੋਂ ਭੂਮੀਆ ਜੀ ਅਰਥਾਤ ਭੂਮੀ ਦਾ ਸੁਆਮੀ ਕਹਿੰਦੇ ਸਨ। ਉਹ ਇੱਕ ਜ਼ਿਮੀਂਦਾਰ ਤਾਂ ਹੈ ਸੀ, ਪਰ ਨਾਲੋਂ ਨਾਲ ਚੋਰੀ ਦਾ ਕੰਮ ਵੀ ਕਰਦਾ ਸੀ। ਪਰ ਉਸਨੇ ਆਪਣੇ ਘਰ ਲੰਗਰ ਲਗਾ ਰੱਖਿਆ ਸੀ। ਚੋਰੀ ਕਰਕੇ ਉਹ ਜੋ ਕੁਝ ਲਿਆਵੇ ਉਹ ਗਰੀਬਾਂ ਨੂੰ ਲੰਗਰ ਰਾਹੀਂ ਵੰਡ ਦਿਆ ਕਰਦਾ ਸੀ। ਉਸਨੇ ਨਗਰ ਵਾਸੀਆਂ ਨੂੰ ਇਹ ਹਦਾਇਤ ਦਿੱਤੀ ਹੋਈ ਸੀ ਕਿ ਨਗਰ ਵਿੱਚ ਕੋਈ ਸਾਧ ਫਕੀਰ ਆਵੇ, ਉਸਨੂੰ ਤੁਸੀਂ ਆਪਣੇ ਕੋਲ ਨਹੀਂ ਠਹਿਰਾਉਣਾ, ਬਲਕਿ ਮੇਰੇ ਘਰ ਭੇਜ ਦੇਣਾ ਹੈ। ਭੂਮੀਏ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਵਾਈ ਹੋਈ ਸੀ ਅਤੇ 8 ਪਹਿਰ ਲੰਗਰ ਚੱਲਦਾ ਰਹਿੰਦਾ ਸੀ। ਜੋ ਕੋਈ ਉਸਦੇ ਘਰ ਆਵੇ ਤਾਂ ਰੋਟੀ ਪਾਣੀ ਛਕਾਏ ਬਗੈਰ ਨਾ ਜਾਣ ਦੇਵੇ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਗਏ ਤਾਂ ਇੱਕ ਸਥਾਨ ਉੱਤੇ ਜਾ ਕੇ ਬੈਠ ਗਏ। ਲੋਕਾਂ ਨੇ ਗੁਰੂ ਜੀ ਦੇ ਪੈਰਾਂ 'ਤੇ ਮੱਥਾ ਟੇਕਿਆ। ਲੋਕਾਂ ਨੇ ਕਿਹਾ, ਆਪ ਇੱਥੇ ਨਾ ਬੈਠੋ ਜੀ। ਗੁਰੂ ਨਾਨਕ ਜੀ ਨੇ ਕਿਹਾ ਕਿ ਬਸਤੀ ਦੇ ਕਰ ਅਸੀਂ ਇੱਥੇ ਬੈਠ ਗਏ ਹਾਂ। ਤਾਂ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਚੌਧਰੀ ਨੇ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਜੋ ਵੀ ਸਾਧ ਫਕੀਰ ਆਵੇ ਉਸ ਨੂੰ ਉਸਦੇ ਘਰ ਭੇਜਿਆ ਜਾਵੇ। ਗੁਰੂ ਜੀ ਨੇ ਕਿਹਾ ਕਿ ਚਲੋ ਫਿਰ ਅਸੀਂ ਉਸਦੇ ਘਰ ਹੀ ਚਲਦੇ ਹਾਂ। ਆਪ ਜੀ ਉੱਥੋਂ ਉੱਠ ਕੇ ਭੂਮੀਏ ਦੇ ਘਰ ਚਲੇ ਗਏ। ਭੂਮੀਏ ਨੂੰ ਜਦੋਂ ਪਤਾ ਲੱਗਾ ਤਾਂ ਉਸਨੇ ਆ ਕੇ ਮੱਥਾ ਟੇਕਿਆ। ਥੋੜ੍ਹੀ ਦੇਰ ਬਾਅਦ ਭੂਮੀਏ ਨੇ ਆ ਕੇ ਬੇਨਤੀ ਕੀਤੀ ਕਿ ਲੰਗਰ ਤਿਆਰ ਹੈ ਜੀ, ਆਪ ਸੇਵਨ ਕਰੋ। ਗੁਰੂ ਜੀ ਨੇ ਭੂਮੀਏ ਨੂੰ ਪੁੱਛਿਆ, ਭਾਈ ਪੁਰਖਾ, ਇਹ ਦੱਸ ਕਿ ਤੂੰ ਕਿਰਤ ਕੀ ਕਰਦਾ ਹੈ? 8 ਪਹਿਰ ਲੰਗਰ ਲਗਾ ਰੱਖਦਾ ਹੈ, ਇਹ ਕਿੱਥੋਂ ਗੁਜ਼ਾਰਾ ਹੁੰਦਾ ਹੈ? ਗੁਰੂ ਜੀ ਦੇ ਦਰਸ਼ਨ ਕਰਕੇ ਭੂਮੀਏ ਦਾ ਮਨ ਪਹਿਲਾਂ ਹੀ ਪਵਿੱਤਰ ਅਤੇ ਨਿਰਮਲ ਹੋ ਗਿਆ ਸੀ। ਉਸਨੇ ਕੋਈ ਗੱਲ ਨਾ ਛੁਪਾਈ ਅਤੇ ਗੁਰੂ ਜੀ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ ਅਤੇ ਰਾਤ ਨੂੰ ਚੋਰੀ ਕਰ ਲਿਆਂਦਾ ਹਾਂ। ਗੁਰੂ ਸਾਹਿਬ ਕਹਿਣ ਲੱਗੇ, ਫਿਰ ਤਾਂ ਭਾਈ ਅਸੀਂ ਤੇਰਾ ਲੰਗਰ ਨਹੀਂ ਛਕਾਂਗੇ। ਇਹ ਸੁਣ ਕੇ ਭੂਮੀਆ ਬਹੁਤ ਨਿਰਾਸ਼ ਹੋਇਆ ਅਤੇ ਉਸਨੇ ਗੁਰੂਦੇਵ ਦੇ ਚਰਨ ਫੜ ਲਏ ਅਤੇ ਕਹਿਣ ਲੱਗਾ, ਹੇ ਗੁਰੂਦੇਵ, ਮੈਂ ਤੁਹਾਡੀ ਹਰ ਇੱਕ ਆਗਿਆ ਦਾ ਪਾਲਣ ਕਰਾਂਗਾ, ਬਸ ਇੱਕ ਵਾਰ ਮੇਰਾ ਭੋਜਨ ਕਬੂਲ ਕਰੋ ਜੀ। ਇਸ ਉੱਤੇ ਗੁਰੂਦੇਵ ਨੇ ਕਿਹਾ, ਲੋਕਾਂ ਨੂੰ ਲੁੱਟਣਾ ਛੱਡ ਦੇ ਅਤੇ ਇਮਾਨਦਾਰੀ ਨਾਲ ਪੈਸਾ ਕਮਾਵੋ। ਇਹ ਵਚਨ ਸੁਣ ਕੇ ਭੂਮੀਆ ਕਹਿਣ ਲੱਗਾ, ਗੁਰੂਦੇਵ ਜੀ, ਇਹ ਕਾਰ ਤਾਂ ਮੇਰੇ ਕੋਲੋਂ ਛੁੱਟਣੀ ਨਹੀਂ। ਇਹ ਸਾਡਾ ਕੰਮ ਤਾਂ ਪਿਓ ਦਾਦੇ ਤੋਂ ਚੱਲਿਆ ਆ ਰਿਹਾ ਹੈ। ਇਸ ਦੇ ਇਲਾਵਾ ਕੋਈ ਵੀ ਵਚਨ ਮੈਨੂੰ ਕਹੋਗੇ ਮੈਂ ਮੰਨ ਲਵਾਂਗਾ। ਗੁਰੂਦੇਵ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਅਤੇ ਕਿਹਾ ਕਿ ਠੀਕ ਹੈ, ਜੇਕਰ ਤੁਸੀਂ ਸਾਡਾ ਪਹਿਲਾ ਵਚਨ ਨਹੀਂ ਮੰਨਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ, ਪਰ ਉਸ ਇੱਕ ਦੇ ਸਥਾਨ ਉੱਤੇ ਹੁਣ 3 ਵਚਨਾਂ ਦਾ ਪਾਲਨ ਕਰਨਾ ਹੋਵੇਗਾ। ਭੂਮੀਆ ਸਹਿਮਤ ਹੋ ਗਿਆ। ਗੁਰੂਦੇਵ ਨੇ ਕਿਹਾ, ਸਾਡਾ ਪਹਿਲਾ ਵਚਨ ਹੈ ਕਿ ਤੂੰ ਝੂਠ ਨਹੀਂ ਬੋਲੇਗਾ। ਭੂਮੀਏ ਨੇ ਕਿਹਾ, 7 ਵਚਨ ਜੀ, ਅਜਿਹਾ ਹੀ ਹੋਵੇਗਾ। ਤਦ ਗੁਰੂਦੇਵ ਨੇ ਕਿਹਾ, ਦੂਜਾ ਵਚਨ ਹੈ ਕਿ ਗਰੀਬਾਂ ਦਾ ਸ਼ੋਸ਼ਣ ਨਹੀਂ ਕਰੋਗੇ, ਨਾ ਹੀ ਹੁੰਦੇ ਦੇਖੇਗਾ। ਤੀਸਰਾ ਵਚਨ ਹੈ, ਜਿਸ ਦਾ ਲੂਣ ਖਾਧਾ ਹੋਵੇ ਉਸ ਦੇ ਨਾਲ ਦਗਾ ਨਹੀਂ ਕਰਨਾ। ਭੂਮੀਏ ਨੇ ਇਹ ਤਿੰਨੋਂ ਵਚਨ ਖੁਸ਼ੀ ਨਾਲ ਪਾਲਨ ਕਰਨੇ ਸਵੀਕਾਰ ਕਰ ਲਵੇ। ਗੁਰੂਦੇਵ ਨੇ ਫਿਰ ਕਿਹਾ, ਪਰ ਹੁਣੇ ਜੋ ਭੋਜਨ ਸਾਨੂੰ ਕਰਾਓਗੇ ਉਹ ਪੈਸਾ ਤੂੰ ਮਿਹਨਤ ਕਰਕੇ ਕਮਾ ਕੇ ਲਿਆਓਗੇ। ਭੂਮੀਏ ਨੇ ਇਸ ਗੱਲ ਲਈ ਵੀ ਮਨਜ਼ੂਰੀ ਦੇ ਦਿੱਤੀ ਅਤੇ ਆਪ ਜੰਗਲ ਵਿੱਚ ਜਾ ਕੇ ਉੱਥੇ ਬਾਲਣ ਦੇ ਲਾਇਕ ਲੱਕੜੀਆਂ ਦਾ ਗੱਠੜਾ ਲਿਆ ਕੇ ਬਾਜ਼ਾਰ ਵਿੱਚ ਵੇਚਿਆ। ਉਸਦੇ ਮਿਲੇ ਦਾਮ ਵੱਲੋਂ ਰਸਦ ਲਿਆ ਕੇ ਭੋਜਨ ਤਿਆਰ ਕਰਕੇ ਗੁਰੂਦੇਵ ਨੂੰ ਸੇਵਨ ਕਰਾਇਆ। ਗੁਰੂਦੇਵ ਸੰਤੁਸ਼ਟ ਹੋਏ ਅਤੇ ਆਸ਼ੀਰਵਾਦ ਦਿੱਤਾ ਕਿ ਤੁਹਾਡਾ ਕਲਿਆਣ ਜ਼ਰੂਰ ਹੋਵੇਗਾ। ਗੁਰੂਦੇਵ ਦੇ ਜਾਣ ਦੇ ਬਾਅਦ ਭੂਮੀਆ ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗਾ ਕਿ ਹੁਣ ਪੈਸਾ ਕਿੱਥੋਂ ਪ੍ਰਾਪਤ ਕੀਤਾ ਜਾਵੇ। ਗਰੀਬਾਂ ਦਾ ਸ਼ੋਸ਼ਣ ਤਾਂ ਕਰਨਾ ਨਹੀਂ ਹੈ। ਅੰਤ ਉਸਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ, ਕਿਉਂਕਿ ਰਾਜੇ ਦੇ ਘਰੋਂ ਬਹੁਤ ਮਾਲ ਮਿਲ ਜਾਵੇਗਾ। ਇਹ ਸੋਚ ਕੇ ਉਸਨੇ ਬੜੀ ਚੰਗੀ ਰਾਜਕੁਮਾਰਾਂ ਵਾਲੀ ਪੋਸ਼ਾਕ ਪਾਈ, ਹੀਰੇ ਮੋਤੀਆਂ ਨਾਲ ਜੜੇ ਹੋਏ ਕੱਪੜੇ ਪਾਏ, ਸੀਸ 'ਤੇ ਦਸਤਾਰ ਸਜਾ ਕੇ
ਅੱਧੀ ਰਾਤ ਵੇਲੇ ਰਾਜੇ ਦੇ ਮਹਿਲਾਂ ਵੱਲ ਚੱਲ ਪਿਆ। ਮਹਿਲਾਂ ਦੀ ਡੂਡੀ ਤੇ ਜਾ ਕੇ ਖੜਾ ਹੋਇਆ ਤਾਂ ਸੰਤਰੇ ਨੇ ਰੋਕਿਆ ਅਤੇ ਪੁੱਛਿਆ ਕਿ ਤੂੰ ਕੌਣ ਹੈ? ਇਸ ਵੇਲੇ ਕਿੱਧਰ ਜਾ ਰਿਹਾ ਹੈ? ਭੂਮੀਏ ਨੂੰ ਗੁਰੂ ਨਾਨਕ ਜੀ ਨਾਲ ਕੀਤਾ ਬਚਨ ਯਾਦ ਆਇਆ ਕਿ ਹਮੇਸ਼ਾ ਸੱਚ ਬੋਲਣਾ ਹੈ। ਉਸ ਨੂੰ ਸੋਚਾਂ ਵਿੱਚ ਪਾ ਦਿੱਤਾ, ਪਰ ਉਸਨੇ ਸੱਚ ਬੋਲਣ ਦਾ ਦ੍ਰਿੜ ਇਰਾਦਾ ਕੀਤਾ ਹੋਇਆ ਸੀ। ਕੁਝ ਗੁੱਸੇ ਵਿੱਚ ਆਖਣ ਲੱਗਾ ਕਿ ਮੈਂ ਚੋਰ ਹਾਂ। ਸੰਤਰੀਆਂ ਨੇ ਜਦੋਂ ਉਸ ਦਾ ਲਿਬਾਸ ਦੇਖਿਆ ਤਾਂ ਉਹ ਠਠੰਬਰ ਗਏ ਕਿ ਮਤਾ ਕੋਈ ਰਾਜਕੁਮਾਰ ਹੀ ਨਾ ਹੋਵੇ, ਤੇ ਜੇਕਰ ਇਸ ਨੂੰ ਅੰਦਰ ਜਾਣ ਨਾ ਦਿੱਤਾ ਤਾਂ ਕੱਲ੍ਹ ਨੂੰ ਨੌਕਰੀ ਤੋਂ ਛੁੱਟੀ ਹੋ ਜਾਵੇਗੀ। ਉਹਨਾਂ ਨੇ ਅੰਦਰ ਲੰਘਾ ਦਿੱਤਾ। ਅੰਦਰ ਜਾ ਕੇ ਹੁਣ ਭੂਮੀਆ ਸੋਚਦਾ ਹੈ ਕਿ ਰਾਜੇ ਦੇ ਤੋਸ਼ੇਖਾਨੇ ਦੀ ਭਾਲ ਕੀਤੀ ਜਾਵੇ। ਹੌਲੇ-ਹੌਲੇ ਲੱਭਦਾ ਉਹ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚ ਗਿਆ, ਜਿੱਥੇ ਰਾਜੇ ਦੇ ਅਤੇ ਰਾਣੀਆਂ ਦੇ ਅਨੇਕ ਤਰ੍ਹਾਂ ਦੇ ਬਸਤਰ ਤੇ ਗਹਿਣੇ ਰੱਖੇ ਹੋਏ ਸਨ। ਉਸਨੇ ਛਾਂਟ ਕੇ ਸੋਹਣੇ ਬਸਤਰ ਅਤੇ ਵਡਮੁੱਲੇ ਗਹਿਣੇ ਦੀ ਗਠਰੀ ਬੰਨ੍ਹ ਲਿੱਤੀ। ਇੱਕ ਬਰਤਨ ਵਿੱਚ ਉੱਪਰਲੇ ਪਾਸੇ ਰਾਜੇ ਲਈ ਚੂਰਨ ਰੱਖਿਆ ਹੋਇਆ ਸੀ। ਉਸ ਨੂੰ ਚੁੱਕ ਕੇ ਵੇਖਣ ਲੱਗਾ ਕਿ ਇਹ ਕੀ ਚੀਜ਼ ਹੈ। ਇਸ ਤਰ੍ਹਾਂ ਤਾਂ ਉਸ ਵਸਤੂ ਦਾ ਪਤਾ ਨਾ ਲੱਗਿਆ ਕੀ ਵਸਤੂ ਹੈ, ਕਿਸ ਕੰਮ ਆਵੇਗੀ। ਉਸਨੇ ਉਸ ਨੂੰ ਉਂਗਲੀ ਨਾਲ ਲਬੇੜ ਕੇ ਮੂੰਹ ਵਿੱਚ ਪਾ ਲਈ। ਸਵਾਦ ਚੱਖਿਆ। ਉਸਦੇ ਵਿੱਚ ਲੂਣ ਵੀ ਮਿਲਿਆ ਹੋਇਆ ਸੀ। ਜਦੋਂ ਲੂਣ ਦਾ ਸਵਾਦ ਆਇਆ, ਉਸ ਨੂੰ ਗੁਰੂ ਨਾਨਕ ਜੀ ਦਾ ਦੂਜਾ ਬਚਨ ਯਾਦ ਆਇਆ ਕਿ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਉਹ ਸੋਚੀ ਪੈ ਗਿਆ ਅਤੇ ਸਾਰੇ ਬਸਤਰ ਗਹਿਣੇ ਆਦਿ ਛੱਡ ਕੇ ਖਾਲੀ ਹੱਥ ਬਾਹਰ ਨਿਕਲ ਗਿਆ। ਦੂਜੀ ਸਵੇਰੇ ਜਦੋਂ ਰਾਜੇ ਨੇ ਆਪਣੇ ਖਜ਼ਾਨੇ ਵੱਲ ਨਿਗਾਹ ਮਾਰੀ ਤਾਂ ਕੀ ਵੇਖਦਾ ਹੈ ਕਿ ਉੱਤੇ ਸਾਰਾ ਸਮਾਨ ਖਿਲਰਿਆ ਪਿਆ ਹੈ। ਕੁਝ ਗਠਰੀਆਂ ਬੰਨੀਆਂ ਪਈਆਂ ਹਨ। ਉਸਨੇ ਸਮਾਨ ਚੈੱਕ ਕੀਤਾ, ਪਰ ਕੋਈ ਵੀ ਗਹਿਣਾ ਆਦਿ ਗੁੰਮ ਨਹੀਂ ਸੀ। ਉਹ ਹੈਰਾਨ ਹੋਇਆ ਅਤੇ ਸਮਝਿਆ ਕਿ ਕੋਈ ਚੋਰ ਆਇਆ ਹੈ। ਉਸਨੇ ਚੋਰੀ ਕੀਤੀ ਹੈ, ਪਰ ਸਮਾਨ ਸਾਰਾ ਇੱਥੇ ਹੀ ਛੱਡ ਗਿਆ ਹੈ। ਰਾਜੇ ਨੇ ਸੰਤਰਿਆਂ ਨੂੰ ਬੁਲਾਇਆ ਅਤੇ ਪੁੱਛਿਆ, ਦੱਸੋ ਇੱਥੇ ਰਾਤ ਕੌਣ ਆਇਆ ਹੈ? ਸੱਚ ਦੱਸੋ। ਦਰਬਾਨਾ ਨੇ ਅਰਜ਼ ਕੀਤੀ, ਮਹਾਰਾਜ ਜੀ, ਇੱਕ ਆਦਮੀ ਆਇਆ ਸੀ ਜਿਸਨੇ ਬੜੇ ਚੰਗੇ ਬਸਤਰ ਪਹਿਨੇ ਹੋਏ ਸਨ, ਗਹਿਣੇ ਵੀ ਪਾਏ ਹੋਏ ਸਨ। ਦਰਵਾਜ਼ੇ ਦੇ ਅੰਦਰ ਜਾਣ ਲੱਗਾ। ਅਸੀਂ ਉਸ ਨੂੰ ਪੁੱਛਿਆ, ਤੂੰ ਕੌਣ ਹੈ? ਕਿੱਥੇ ਜਾ ਰਿਹਾ ਹੈ? ਇਸ ਵਕਤ ਰਾਤ ਨੂੰ ਕਿਸ ਨੂੰ ਮਿਲਣਾ ਹੈ? ਉਸਨੇ ਕਿਹਾ, ਭਾਈ ਮੈਂ ਚੋਰ ਹਾਂ। ਉਸਦੇ ਪਹਿਰਾਵੇ ਵੱਲ ਵੇਖ ਕੇ ਅਸੀਂ ਕਿਹਾ ਕਿ ਇਹ ਸਾਨੂੰ ਮਜ਼ਾਕ ਕਰਦਾ ਹੈ। ਚੋਰ ਨਹੀਂ ਹੋ ਸਕਦਾ, ਕੋਈ ਰਾਜਕੁਮਾਰ ਹੋਵੇਗਾ। ਅਸੀਂ ਅੰਦਰ ਜਾਣ ਦਿੱਤਾ। ਰਾਜਾ ਜੀ, ਹੋਰ ਤਾਂ ਕੋਈ ਨਹੀਂ ਆਇਆ। ਰਾਜੇ ਨੇ ਕਿਹਾ, ਉਸ ਆਦਮੀ ਦੀ ਤਲਾਸ਼ ਕਰੋ। 3 ਦਿਨ ਨਗਰ ਵਿੱਚ ਢੰਡੋਰਾ ਫੇਰਦੀ ਰਹੀ, ਪਰ ਚੋਰ ਦਾ ਕੋਈ ਪਤਾ ਨਾ ਲੱਗਾ। ਤਾਂ ਰਾਜੇ ਨੇ ਹੁਕਮ ਕਰ ਦਿੱਤਾ ਕਿ ਜੋ ਵੀ ਬਦਮਾਸ਼ ਅਤੇ ਨਿਕੰਮੇ ਲੋਕ ਹਨ, ਉਹਨਾਂ ਨੂੰ ਮਾਰ ਕੁੱਟ ਕੇ ਪਤਾ ਕਰੋ ਚੋਰ ਕੌਣ ਹੈ। ਇਸੇ ਤਰ੍ਹਾਂ ਹੋਇਆ। ਰਾਜੇ ਦੇ ਬੰਦੇ ਗਰੀਬਾਂ ਤੇ ਨਿਕੰਮੇ ਬੰਦਿਆਂ ਨੂੰ ਫੜ ਕੇ ਮਾਰਨ ਕੁੱਟਣ ਲੱਗੇ। ਚੁਣ ਕੇ ਭੈੜੇ ਬੰਦਿਆਂ ਨੂੰ ਮਾਰਦੇ ਕੁੱਟਦੇ ਗਏ। ਗੱਲ ਸਾਰੇ ਫੈਲ ਗਈ। ਭੂਮੀਏ ਨੂੰ ਵੀ ਪਤਾ ਚੱਲ ਗਿਆ। ਉਸ ਨੂੰ ਗੁਰੂ ਨਾਨਕ ਜੀ ਦਾ ਤੀਜਾ ਬਚਨ ਯਾਦ ਆਇਆ ਕਿ ਭਾਈ ਗਰੀਬ ਮਾਰ ਨਹੀਂ ਕਰਨੀ। ਉਹ ਸੋਚਣ ਲੱਗਾ ਕਿ ਰਾਜੇ ਵੱਲੋਂ ਜੋ ਗਰੀਬਾਂ ਨੂੰ ਮਾਰ ਕੁੱਟ ਪਵਾਈ ਜਾ ਰਹੀ ਹੈ, ਇਹ ਮੇਰੇ ਕਰਕੇ ਹੀ ਹੈ। ਉਸਨੇ ਰਾਜੇ ਕੋਲ ਜਾ ਕੇ ਬੇਨਤੀ ਕੀਤੀ, ਰਾਜਾ ਜੀ, ਇਹਨਾਂ ਗਰੀਬਾਂ ਨੂੰ ਛੱਡ ਦਿਓ। ਤੁਹਾਡਾ ਚੋਰ ਤਾਂ ਮੈਂ ਹਾਂ, ਮੇਰੇ ਕੋਲੋਂ ਪੁੱਛਗਿੱਛ ਕਰ ਲਵੋ। ਰਾਜੇ ਨੇ ਬਾਕੀ ਸਾਰੇ ਲੋਕ ਛੱਡ ਦਿੱਤੇ ਅਤੇ ਭੂਮੀਏ ਨੂੰ ਬਿਠਾ ਲਿਆ। ਰਾਜਾ ਹੁਣ ਪੁੱਛਦਾ ਹੈ ਕਿ ਭਾਈ ਦੱਸ, ਜੇ ਤੂੰ ਚੋਰ ਹੈ ਤਾਂ ਮੇਰੇ ਤੋਸ਼ੇਖਾਨੇ ਵਿੱਚ ਚੋਰੀ ਕਰਦਾ ਸਮਾਨ ਬੰਨ੍ਹ ਕੇ ਖਾਲੀ ਹੱਥ ਕਿਉਂ ਚਲਾ ਗਿਆ? ਉਸ ਸਮੇਂ ਤੇਰੇ ਮਨ ਵਿੱਚ ਕੀ ਆਇਆ? ਭੂਮੀਏ ਨੇ ਕਿਹਾ, ਸੁਣੋ ਰਾਜਾ ਜੀ, ਮੈਨੂੰ ਪੂਰਾ ਗੁਰੂ ਮਿਲਿਆ ਹੈ। ਰਾਜਾ ਪੁੱਛਦਾ ਹੈ, ਉਹ ਕਿਹੜਾ ਹੈ? ਉਸਨੇ ਕਿਹਾ, ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਨੇ ਮੈਨੂੰ 3 ਬਚਨਾਂ ਉੱਤੇ ਪੂਰਾ ਉਤਰਨ ਲਈ ਆਖਿਆ ਸੀ। ਭੂਮੀਏ ਨੇ ਸਾਰੀ ਵਾਰਤਾ ਸੁਣਾਈ ਅਤੇ ਸਮਾਨ ਛੱਡ ਜਾਣ, ਚੋਰੀ ਨਾ ਕਰਨ ਦੀ ਗੱਲ ਦੱਸੀ ਤਾਂ ਰਾਜਾ ਹੈਰਾਨ ਰਹਿ ਗਿਆ। ਰਾਜੇ ਨੇ ਭੂਮੀਏ ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ ਕਿ ਬਲਿਹਾਰ ਹਾਂ ਤੇਰੇ ਤੇ, ਜਿਸ ਨੇ ਗੁਰੂ ਜੀ ਬਚਨ ਨੂੰ ਦ੍ਰਿੜਤਾ ਨਾਲ ਨਿਭਾਇਆ ਹੈ। ਤੇਰਾ ਗੁਰੂ ਧਨ ਹੈ, ਜਿਸ ਨੇ ਐਸਾ ਉਪਦੇਸ਼ ਦਿੱਤਾ, ਅਤੇ ਧਨ ਹੈ ਤੂੰ, ਜਿਸ ਨੇ
ਨਿਸ਼ਚੇ ਨਾਲ ਗੁਰੂ ਦੇ ਉਪਦੇਸ਼ ਨੂੰ ਨਿਭਾਇਆ ਹੈ। ਆਪਣੀ ਜਾਨ ਖਤਰੇ ਵਿੱਚ ਵੀ ਪਾ ਕੇ ਗੁਰੂ ਬਚਨਾਂ 'ਤੇ ਪੂਰਾ ਉਤਰਿਆ ਹੈ। ਇਸ ਤੋਂ ਬਾਅਦ ਭੂਮੀਏ ਨੇ ਚੋਰੀ ਆਦਿ ਬਿਲਕੁਲ ਹੀ ਛੱਡ ਦਿੱਤੀ। ਰਾਜੇ ਨੂੰ ਵੀ ਧਰਮਸ਼ਾਲਾ ਬਣਾਉਣ ਲਈ ਆਖਿਆ। ਭੂਮੀਆ ਉੱਤੇ ਰਾਜਾ ਇੰਨਾ ਖੁਸ਼ ਹੋਇਆ ਕਿ ਉਸ ਨੂੰ ਆਪਣੇ ਵਜ਼ੀਰਾਂ ਵਿੱਚ ਥਾਂ ਦੇ ਦਿੱਤੀ। ਇਸ ਤੋਂ ਬਾਅਦ ਉਹ ਰਾਜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਭਗਤ ਬਣ ਗਿਆ। ਉਸ ਦੇ ਇੱਥੇ ਔਲਾਦ ਨਹੀਂ ਸੀ। ਉਸ ਦੇ ਇਸ ਦੁੱਖ ਨੂੰ ਵੇਖਦੇ ਹੋਏ ਸਤ ਸੰਗ ਵਿੱਚ ਇੱਕ ਦਿਨ ਵਿਚਾਰ ਹੋਇਆ ਕਿ ਰਾਜਾ ਲਈ ਗੁਰੂ ਚਰਨਾਂ ਵਿੱਚ ਔਲਾਦ ਦੀ ਕਾਮਨਾ ਕੀਤੀ ਜਾਵੇ। ਅੰਤ ਕੁੱਲ ਸੰਗਤ ਨੇ ਇੱਕ ਦਿਨ ਮਿਲ ਕੇ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਹੇ ਭਗਵਾਨ, ਤੁਸੀਂ ਕਿਰਪਾ ਕਰੋ, ਸਾਡੇ ਰਾਜੇ ਦੇ ਇੱਥੇ ਇੱਕ ਪੁੱਤ ਦਾ ਦਾਨ ਦੇ ਕੇ ਉਸ ਨੂੰ ਨਿਹਾਲ ਕਰੋ। ਅਰਦਾਸ ਸਵੀਕਾਰ ਹੋਈ, ਪਰ ਰਾਜੇ ਦੇ ਇੱਥੇ ਪੁੱਤ ਦੇ ਸਥਾਨ ਉੱਤੇ ਪੁੱਤਰੀ ਨੇ ਜਨਮ ਲਿਆ। ਰਾਜੇ ਨੇ ਨਵਜਾਤ ਬੱਚੇ ਨੂੰ ਮੁੰਡਿਆਂ ਦੀ ਤਰ੍ਹਾਂ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸ ਦਾ ਵਿਸ਼ਵਾਸ ਸੀ ਕਿ ਸੰਗਤ ਨੇ ਮੇਰੇ ਲਈ ਪੁੱਤ ਦੀ ਕਾਮਨਾ ਕੀਤੀ ਸੀ। ਅੰਤ ਇਹ ਬਾਲਕ ਪੁੱਤ ਹੀ ਹੈ, ਪੁੱਤਰੀ ਨਹੀਂ। ਸਮਾਂ ਬਤੀਤ ਹੋਣ ਲੱਗਾ। ਬਾਲਕ ਦੇ ਜਵਾਨ ਹੋਣ ਉੱਤੇ ਉਸ ਦਾ ਰਿਸ਼ਤਾ ਇੱਕ ਕੁੜੀ ਦੇ ਨਾਲ ਤੈਅ ਕਰ ਦਿੱਤਾ ਗਿਆ। ਜਦੋਂ ਰਾਜਾ ਬਰਾਤ ਲੈ ਕੇ ਆਪਣੇ ਕੁੜਮ ਦੇ ਇੱਥੇ ਜਾ ਰਿਹਾ ਸੀ ਤਾਂ ਰਸਤੇ ਜੰਗਲ ਵਿੱਚ ਇੱਕ ਹਿਰਨ ਵਿਖਾਈ ਦਿੱਤਾ, ਜਿਸ ਦਾ ਸ਼ਿਕਾਰ ਕਰਨ ਲਈ ਰਾਜਕੁਮਾਰ ਦੁਲੇ ਨੇ, ਜੋ ਕਿ ਵਾਸਤਵ ਵਿੱਚ ਕੁੜੀ ਸੀ, ਨੇ ਪਿੱਛਾ ਕੀਤਾ, ਜਿਸ ਕਾਰਨ ਉਹ ਬਰਾਤੀਆਂ ਵੱਲੋਂ ਵਿਛੜ ਗਿਆ। ਦੁਲੇ ਨੂੰ ਭਟਕਦੇ ਹੋਏ ਕੁਝ ਸਾਧੂ ਭਜਨ ਕਰਦੇ ਵਿਖਾਈ ਦਿੱਤੇ। ਉਹ ਉਹਨਾਂ ਦੇ ਕੋਲ ਰਸਤਾ ਪੁੱਛਣ ਅੱਪੜਿਆ ਅਤੇ ਸਿਰ ਝੁਕਾ ਕੇ ਪ੍ਰਣਾਮ ਕੀਤਾ। ਸਾਧੂਆਂ ਨੇ ਕਿਹਾ, ਆਓ ਪੁੱਤਰ ਜੀ। ਬਸ ਫਿਰ ਕੀ ਸੀ, ਦੁਲੇ ਦਾ ਕਾਇਆ ਕਲਪ ਹੋ ਕੇ ਉਹ ਨਾਰੀ ਵੱਲੋਂ ਨਰ ਪੁਰਖ ਰੂਪ ਹੋ ਕੇ ਅਸਲੀ ਦੁਲਾ ਬਣ ਗਿਆ। ਜਦੋਂ ਬਰਾਤ ਦਾ ਸਵਾਗਤ ਹੋ ਰਿਹਾ ਸੀ ਤਾਂ ਕਿਸੇ ਨਿੰਦਕਖੋਰ ਨੇ ਵਧੂ ਪੱਖ ਨੂੰ ਸੂਚਿਤ ਕੀਤਾ ਕਿ ਵਰ ਤਾਂ ਪੁਰਖ ਨਹੀਂ ਬਲਕਿ ਨਾਰੀ ਹੈ। ਇਸ ਉੱਤੇ ਵਧੂ ਪੱਖ ਵਾਲਿਆਂ ਨੇ ਦੁਲੇ ਦੀ ਪ੍ਰੀਖਿਆ ਲੈਣ ਲਈ ਇੱਕ ਯੋਜਨਾ ਬਣਾਈ। ਉਹਨਾਂ ਨੇ ਕਿਹਾ, ਅਸੀਂ ਫਹਿਰੇ ਹੋਣ ਤੋਂ ਪਹਿਲਾਂ ਦੁਲੇ ਨੂੰ ਆਪਣੇ ਇੱਥੇ ਇਸ਼ਨਾਨ ਕਰਵਾਉਣਾ ਚਾਹੁੰਦੇ ਹਾਂ, ਕਿਉਂਕਿ ਇਹ ਸਾਡੀ ਪ੍ਰਥਾ ਹੈ। ਜਦੋਂ ਇਸ਼ਨਾਨ ਕਰਾਇਆ ਗਿਆ ਤਾਂ ਉੱਥੇ ਤਾਂ ਨਾਰੀ ਵੱਲੋਂ ਨਰ ਰੂਪ ਕਾਇਆ ਕਲਪ ਹੋ ਚੁੱਕਿਆ ਸੀ। ਸੋ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।